किस तरह शादी की? नस भाजी के क्या उम्र थी उसकी? 60 साल ਭਜਾਇਆ ਕਿਸ ਤਰ੍ਹਾਂ ਸੀ ਉਹਨੂੰ? ਸਾਡੇ ਗਾਲ ਆਂਦੀ ਜਾਂਦੀ ਸੀ ਗੱਲਬਾਤ ਹੋ ਗਈ ਫਿਰ ਨਸ ਗਏ ਫਿਰ ਸ਼ਾਦੀ ਨਸ ਕੇ ਕਿੱਥੇ ਲੈ ਕੇ ਗਿਆ? ਫਰੋਜ਼ ਵਾਲੇ ਲਾਹੌਰ ਉਹਨੂੰ ਕਿਸ ਤਰ੍ਹਾਂ ਮਾਰਿਆ ਸੀ? ਗਲਾ ਦੇ ਬਾਅਦ वो लाश बदबू छोड़ चुकी थी। तकरीबन 4-5 दिन पुराना है, लाश फूली हुई थी। फूली हुई थी। अस्सलाम वालेकुम नाज़रीन, मैं हूं एडी मलिक और मैं इस वक्त मौजूद हूं थाना सराय मुगल में। थाना सराय मुगल की हदूद में एक दिल खराश वाक़या पेश आता है कि मुलज़म अरशद उर्फ मज़र नामी शख्स जो एक 60 साला खातून को घर से भगाकर पहले उससे शादी करता है और फिर उसको बेदर्दी के साथ कत्ल कर देता है। कत्ल की ये वारदात कैसे पेश आई और पुलिस ने मुलज़म को किस तरह गिरफ़्तार किया, मुलज़म इस वक्त हवालात में मौजूद है। आइए मुलज़म से जानते हैं कि उसने ये कत्ल क्यों किया। आइए मेरे साथ। अब बिल्कुल मेरे साथ वो मुलज़म मौजूद है जिसने अपनी अहलिया को गला दबाकर कत्ल किया। ये कत्ल की वारदात इसने किस तरह की और फिर इसको पुलिस ने किस तरह गिरफ़्तार किया, इसी से जानते हैं। क्या नाम है तुम्हारा? अरशद पूरा नाम बताओ। अरशद और मज़र अरशद उर्फ मज़र, जिस खातून को आपने कत्ल किया है वो क्या लगती थी आपकी? बीवी से किस तरह शादी की थी आप? नस भाजी के उसको भगाया था? हाँ जी क्या उम्र थी उसकी? 60 साल 60 साल की एक बूढ़ी औरत को तूने भगाया, उससे शादी की? हाँ जी होश में हो? हाँ जी वो जिससे तुम्हारी शादी हुई थी उसकी उम्र 60 साल थी। हाँ जी ਭਜਾਇਆ ਕਿਸ ਤਰ੍ਹਾਂ ਸੀ ਉਹਨੂੰ? ਸਾਡੇ ਗਾਲ ਆਂਦੀ ਜਾਂਦੀ ਸੀ ਕੀ ਲੈਣ ਆਂਦੀ ਸੀ? ਦੁੱਧ ਕਦੀ ਆਟਾ ਦਾਣਾ ਉਰਾਂ ਪਰਾਂ ਕਿਵੇਂ ਬੀਬੀਆਂ ਘਰਾਂ 'ਚ ਜਾਂਦੀਆਂ ਨੇ ਗੱਲਬਾਤ ਹੋ ਗਈ ਕੀ ਕਹਿੰਦਾ ਸੀ ਤੂੰ ਉਹਨੂੰ? ਕੀ ਆਪਣੇ ਪਿਆਰ ਦੇ ਜਾਂਸੇ 'ਚ ਕਿਸ ਤਰ੍ਹਾਂ ਫਸਾਇਆ ਸੀ? ਉਹਨੇ ਮੈਨੂੰ ਫਸਾਇਆ ਸੀ ਤੈਨੂੰ ਕਿਸ ਤਰ੍ਹਾਂ ਫਸਾ ਲਿਆ ਉਹਨੇ? ਬਹਿੰਦੀ ਸੀ ਮੇਰੇ ਨਾਲ ਅੱਖਾਂ ਮਾਰਦੀ ਸੀ ਕਦੀ ਕੀ ਆਂਦੀ ਸੀ ਉਹ ਕਦੀ 60 ਸਾਲ ਦੀ ਜਿਹੜੀ ਬੁੱਢੀ ਖਾਤੂਨ ਸੀ ਉਹ ਕਿਵੇਂ ਅੱਖਾਂ ਮਾਰ ਸਕਦੀ ਹੈਗੀ ਹੈ? ਗੱਲਬਾਤ ਹੋ ਗਈ ਫਿਰ ਨਸ ਗਏ ਫਿਰ ਸ਼ਾਦੀ ਨਸ ਕੇ ਕਿੱਥੇ ਲੈ ਕੇ ਗਿਆ? ਫਰੋਜ਼ ਵਾਲੇ ਲਾਹੌਰ ਉੱਥੇ ਜਾ ਕੇ ਨਿਕਾਹ ਕੀਤਾ ਸੀ। ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਨਿਕਾਹ ਕਰਕੇ ਕਿੱਥੇ ਲੈ ਗਿਆ ਸੀ? ਉਹਨੂੰ ਜਿੱਥੇ ਰਹਿੰਦੇ ਸੀ ਪਿਛੇ ਨਾਈ ਵਾਲੇ ਨਾਈ ਵਾਲੇ ਲੈ ਗਿਆ ਸੀ। ਹਾਂਜੀ ਉਹਦੇ ਘਰਦਿਆਂ ਨੇ ਜਾਂ ਤੇਰੇ ਘਰਦਿਆਂ ਨੇ ਨਹੀਂ ਕਿਹਾ ਸੀ ਕਿ ਤੂੰ ਇਹ ਕੀ ਕੀਤਾ ਜੇ? ਉਹ ਮੇਰੇ ਘਰਦਿਆਂ ਕਿ ਤੂੰ ਘਰ ਨਹੀਂ ਵੜਨਾ, ਦਫਾ ਹੋ ਜਾ, ਜੋ ਤੂੰ ਕਰ ਦਿੱਤਾ ਗਲਤ ਕਰ ਦਿੱਤਾ। ਅੱਛਾ, ਤੇ ਤੂੰ ਕੰਮ ਕੀ ਕਰਦਾ ਸੀ? ਦਿਹਾੜੀਆਂ ਕਰਦਾ ਸੀ ਕਿਹੜੀਆਂ ਦਿਹਾੜੀਆਂ ਕਰਦਾ ਸੀ? ਸੈਲਰਾਂ ਤੇ। ਤੇਰੇ ਦੋ ਨਾਮ ਨੇ, ਅਰਸ਼ਦ ਉਰਫ ਮਜ਼ਰ, ਇਹ ਕੀ ਰਾਜ਼ ਹੈਗਾ? ਇਹ ਅਸਲ ਨਾਮ ਅਰਸ਼ਦ ਹੈ ਜੰਮਣ ਪਰਚੀ ਤੇ। ਅੱਛਾ, ਇਹ ਲਾੜ ਤੋਂ ਬਾਅਦ ਇਹ ਮਾਂ ਪਿਓ ਮਜ਼ਰ ਮਜ਼ਰ ਸੱਦਾ ਰਿਹਾ ਤੇ ਮਜ਼ਰ ਪੱਕ ਗਿਆ। ਤੇ ਤੇਰੀ ਕੌਮ ਕੀ ਹੈ? ਖਿੱਚੀ ਉਹ ਕੀ ਹੁੰਦੀ ਹੈ? ਜ਼ਿਮੀਂਦਾਰ ਹੈ ਕੌਮ। ਲੜ ਰਹੀ ਸੀ, ਨਾਲ ਦੀ ਮੰਜੀ ਤੇ ਪਈ ਸੀ, ਇੱਧਰ ਮੈਂ ਪਿਆ ਸੀ, ਗਾਲੀ ਮੰਦਾ ਦਿੱਤੀ ਜਾਂਦੀ ਸੀ। ਕੀ ਗਾਲਾਂ ਕੱਢਦੀ ਸੀ ਤੇ ਲੰਮੇ ਪੈ ਕੇ ਲੜਦੀ ਰਹੀ ਸੀ ਤੇਰੇ ਨਾਲ? ਸਿਆਲ ਜਵਾਦ ਰਾਤ ਦੇ 10-11 ਦਾ ਟਾਈਮ ਹੈ। ਸਿਆਲ ਕਿਹੜਾ ਸੀ ਜਿਹੜਾ 15 ਦਿਨ ਪਹਿਲੇ ਤੂੰ ਉਹਨੂੰ ਮਾਰਿਆ ਜੀ? ਅਜਰ ਵੀ ਲੋਕ ਸੋਤਾਂ 'ਚ ਹੀ ਸੌਂਦੇ ਨੇ ਜੀ। ਅੱਛਾ, ਜਦੋਂ ਉਹਨੂੰ ਮਾਰਨ ਲੱਗਾ ਸੀ ਤੇ ਕੀ ਉਹਨੂੰ ਕਿਸ ਤਰ੍ਹਾਂ ਮਾਰਿਆ ਸੀ? ਗਲਾ ਦਬਾ ਦਿੱਤਾ ਸੀ। ਉਹਨੇ ਤੇਰੇ ਨਾਲ ਕੋਈ ਮਜ਼ਾਮਤ ਨਹੀਂ ਕੀਤੀ, ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ। ਗਲਾ ਦਬਾਈ ਰੱਖਿਆ ਤੂੰ? ਹਾਂਜੀ ਤੈਨੂੰ ਜ਼ਰਾ ਜਿੰਨਾ ਖਿਆਲ ਨਹੀਂ ਕਿ ਜਿਹਨੂੰ 6 ਸਾਲ ਤੋਂ ਮੈਂ ਰੱਖਿਆ ਹੈ, ਜਿਹਨੂੰ ਪਹਿਲੇ ਘਰੋਂ ਭਜਾਇਆ ਹੈ, ਹਾਂਜੀ ਉਹਨੂੰ ਇੰਨੀ ਬੇਦਰਦੀ ਦੇ ਨਾਲ ਮਾਰ ਦਿੱਤਾ ਹੈ? ਹਾਂਜੀ ਕੋਈ ਸ਼ਰਮਿੰਦਗੀ ਨਹੀਂ ਤੈਨੂੰ? ਨਹੀਂ ਕੋਈ ਸ਼ਰਮਿੰਦਗੀ ਉਹਲੇ ਨਹੀਂ ਆਈ। ਹੁਣ ਬੜਾ ਘਟੀਆ ਇਨਸਾਨ ਹੈ ਤੂੰ। ਹੁਣ ਬੜੀ ਆ ਰਹੀ ਹੈ, ਹੁਣ ਆ ਰਹੀ ਹੈ? ਬੜੀ। ਹੁਣ ਤਾਂ ਲੈ ਲੈ ਕੇ ਮਰਦਾ ਪਿਆ। ਹੁਣ ਕੀ ਤੈਨੂੰ ਸ਼ਰਮਿੰਦਗੀ ਹੋ ਰਹੀ ਹੈ ਤੇ ਕੀ ਤੈਨੂੰ ਯਾਦ ਆ ਰਹੀ ਹੈ ਜਿਹੜੀ? ਬਈ ਯਾਦ ਆ ਰਹੀ ਹੈ, ਪਰੇਸ਼ਾਨ ਹੀ ਫਿਰ ਰਿਹਾ। ਮਾਰ ਕੇ ਕਿੱਥੇ ਚਲਾ ਗਿਆ ਸੀ ਤੇ ਉਹਦੀ ਲਾਸ਼ ਕਿੱਥੇ ਛੱਡੀ ਸੀ? ਉੱਥੇ ਘਰੇ ਪਈ ਰਹੀ ਤੇ ਮੈਂ ਵੀ ਘਰੇ ਹੀ ਰਿਹਾ। ਤੇ ਤੂੰ ਆ ਕੇ ਐਡਾ ਵੱਡਾ ਕਾਰਨਾਮਾ ਕੀਤਾ ਸੀ ਤੇ ਤੂੰ ਖੁਦ ਪੁਲਿਸ ਨੂੰ ਆ ਕੇ ਦੱਸ ਦੇਣਾ ਕਿ ਮੈਂ ਮਾਰ ਦਿੱਤੀ ਹੈ। ਬਸ ਦਿਮਾਗ ਨੇ ਕੰਮ ਹੀ ਨਹੀਂ ਨਾ ਕੀਤਾ। ਉਦੋਂ ਤੇਰਾ ਦਿਮਾਗ ਕਿੱਥੇ ਸੀ ਜਦੋਂ ਉਹਦਾ ਗਲਾ ਦਬਾਉਣ ਲੱਗਾ ਸੀ? ਉਹਲੇ ਚੰਗਾ ਭਲਾ ਸੀ ਨਾ। ਤੇ ਹੁਣ ਵੀ ਚੰਗਾ ਭਲਾ, ਹੁਣ ਕਿਹੜੀ ਤੇਰੀ ਲੱਤ ਟੁੱਟ ਗਈ ਹੈ? ਜਿੱਲੇ ਉਹਨੂੰ ਵੇਖਿਆ ਫਿਰ ਨਹੀਂ ਬਰਦਾਸ਼ਤ ਹੋਇਆ ਗਿਆ। ਅਦਾਲਤਾਂ ਕੋਲੋਂ ਕੀ ਸਜ਼ਾ ਤੈਨੂੰ ਹੋਣੀ ਚਾਹੀਦੀ ਹੈਗੀ? ਜੋ ਅਦਾਲਤਾਂ ਨੂੰ ਮਰਜ਼ੀ ਹੋਵੇ, ਤੈਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਨਾ? ਮਰਜ਼ੀ ਤੇਰੀ। ਨਹੀਂ, ਲਟਕਾਣਾ ਚਾਹੀਦਾ ਨਾ। ਤੂੰ ਇੱਕ ਖਤੂਨ ਦਾ ਕਤਲ ਕੀਤਾ ਹੈ ना। बिल्कुल नाज़रीन, ऐसे जो भेड़िए नमाज जो इंसान होते हैं ना, जो इतना बड़ा कदम उठा देते हैं और सोचते नहीं है कि मैं ये क्या जुर्म करने लगा हूँ, इनके हाथ नहीं कांपते। जब इनको हथकड़ियाँ लग जाती हैं, जब सलाखों के पीछे आ जाते हैं, तो फिर इनको बड़ी शर्मिंदगी होती है। मैं अपने इदारों से ये दरख्वास्त करूँगा और मैं अपील करूँगा कि ऐसे मुलजमान को कड़ी से कड़ी सज़ा दी जाए। ये शख्स जिसने एक 60 साला ख़तून को उसके घर से भगाया, उसके साथ शादी की,
پھر اس کو بے دردی کے ساتھ قتل کر دیا اور بے شرمی کی یہ باتیں کر رہا ہے کہ جی وہ میرے ساتھ 24 گھنٹے لڑائی کرتی تھی. جب کوئی عورت کھانے کے لیے کچھ مانگے گی تو اسے اگر آپ نہیں کھلا سکتے تو پھر چھوڑ دیتے, لیکن اس شخص نے ایسا نہیں کیا. اس نے یہ سمجھا کہ میں اس کو مار کے سکون کی زندگی گزار سکوں گا, تو ایسا بالکل ناممکن ہے. اب میرے ساتھ ایس ایچ او صاحب بھی موجود ہیں, ان سے جانتے ہیں کہ اس ملزم کو کس طرح سے آپ نے گرفتار کیا اور اب تک کیا کارروائی کی گئی ہے. آئیے میرے ساتھ. جی بالکل, میرے ساتھ ایس ایچ او محمد شریف صاحب موجود ہیں, ان سے جانتے ہیں کہ مقتولہ روبینہ کے قتل کی اطلاع ان کو کیسے ملی اور جب یہ وقوع پر پہنچے تو لاش کی حالت کیا تھی. سر بہت شکریہ, مجھے بتائیے گا کہ مقتولہ روبینہ کے قتل کی اطلاع آپ کو کب ملی اور جب آپ وقوع پر پہنچے تو لاش کی حالت کیا تھی؟ لاش کی حالت یہ تھی, بدبو آ رہی تھی. اس سے محلے والوں نے احسان مند ہو کر, جو میں کچھ کا شکر گزار ہوں جنہوں نے اطلاع دی. لوگ اکثر یہ چیز سے کتراتے ہیں, بلا اطلاع نہیں دیتے ہماری دشمنی پڑ جائے گی. وہ لاش بدبو چھوڑ چکی تھی, اس لیے محلے والوں نے بدبو سے تنگ آ کر ہمیں اطلاع دی. ہم جب موقع پر پہنچے تو بہت زیادہ بدبو آ رہی تھی. اچھا, جب آپ موقع پر پہنچے تو آپ کو کیا لگا کہ یہ قتل کتنے دن پہلے ہو چکا تھا؟ یہ قتل پرانا تھا, تقریباً وہ لاش بدبو چھوڑ چکی تھی, تقریباً 4-5 دن پرانا ہے. لاش پھولی ہوئی تھی؟ پھولی ہوئی تھی. اچھا, تو ملزم اپنی اہلیہ کو قتل کرنے کے بعد کہاں چھپا ہوا تھا اور پھر آپ اس تک کیسے پہنچے؟ ملزم اپنی اہلیہ کو قتل کرنے کے بعد ادھر دائیں بائیں پھرتا رہا. وہ جب ہم نے تلاش کیا تو ایک کھیت میں بیٹھا ہوا تھا, وہ اس نے ایک چادر اڑی ہوئی تھی ادھر بیٹھا ہوا تھا. وہ ملازمان کی امداد سے ہم نے پہلے تلاش کیا. تلاش کرنے کے بعد اس کے انٹروگیشن کی. پھر اس نے بتلایا کہ میں اس وجہ سے اس کی بدنیتی تھی اور میں اس پہ شک گزرا تھا جس کی وجہ سے اس کو مارا ہے. سر, ملزم نے ہمیں انٹرویو میں یہ بتایا کہ جس اہلیہ کو اس نے قتل کیا اس کی عمر تقریباً 60 سال تھی, اور کیا آپ سمجھتے ہیں کہ وہ خاتون 60 سال کی تھی اور جبکہ ملزم کی عمر 40 سال ہے؟ نو, چھوٹی عمر ہے, ملزم سے چھوٹی عمر ہے. اور انہوں نے بھاگ کر شادی کی تھی؟ انہوں نے بھاگ کر شادی کی ہے, لو کی ہے. سر آخر میں مجھے یہ بتا دیجیے گا کہ اس طرح کی جو پسند کی شادیاں ہوتی ہیں ان کا انجام اس طرح ہوتا ہے, یا خاتون کسی کے ساتھ دوبارہ بھاگ جاتی ہے یا شوہر طیش میں آ کر اپنی اہلیہ کو قتل کر دیتا ہے؟ کیا کہیں گے اس طرح کی جو شادی کرنے والے جو ہمارے نوجوان ہیں, جو خواتین ہیں, جو مرد ہیں؟ 4 مہینے کا شوق ہوتا ہے, 4-5 مہینے کے بعد ختم ہو جاتا ہے. اس کے بعد آدمی جو ہے نا اپنے آپ پہ گرنا شروع ہو جاتا ہے. وہ پھر اسے یاد آنا شروع ہو جاتا ہے جیسے میں نے حرکت کی ہے شاید ویسی آگے میرے سے نہ ہو جائے. اچھا, کیا سمجھتے ہیں کہ ملزم کو جو اس نے جرم کیا ہے, قتل کیا ہے, اس کے خلاف آپ ایک سٹرونگ کیس بنا کر عدالت میں پیش کریں گے تاکہ ملزم سزا سے نہ بچ سکے؟ انشاءاللہ ایسا ویسی مشاہدیں اکٹھی کی ہیں اور کریں گے کہ ملزم سزائے موت پھانسی کے پھندے تک جا سکے. جی بہت شکریہ, آپ نے میرے ساتھ موجود ایس ایچ او صاحب کی گفتگو سنی کہ ملزم کس طرح سے وہ اپنے پینترے بدل رہا ہے تاکہ وہ بچ سکے, لیکن ان کا کہنا ہے کہ ہم اس کے خلاف مضبوط کیس بنا کر عدالت میں پیش کریں گے تاکہ یہ سزا سے کبھی بھی نہ بچ سکے. اسی کے ساتھ اجازت چاہوں گا, اللہ نگہبان.